ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅਰਬਦ ਨਰਬਦ ਤੁੰਦੂ ਕਾਰਾ, ਅਰਬਦ ਨਰਬਦ ਜਦੋਂ ਇਹ ਗੈਸਾਂ ਦਾ ਧੁੰਦੂਕਾਰਾ ਸੀ, ਉਦੋਂ ਪਰਮ ਪਿਤਾ ਪਰਮਾਤਮਾ ਆਪ ਆਸਣ ਲਗਾ ਕੇ ਇਸ ਧੁੰਦੂਕਾਰੇ ਦੇ ਵਿੱਚ ਤਾੜੀ ਲਗਾ ਕੇ ਆਪਣਾ ਨਾਮ ਆਪ ਸਿਮਰਨ ਕਰਦਾ ਰਿਹਾ। 36 ਯੁੱਗ ਤੱਕ ਗੁਰੂ ਸਾਹਿਬ ਦੀ ਗੁਰਬਾਣੀ ਇਹ ਸਾਨੂੰ ਭੇਦ ਦੱਸਦੀ ਹੈ ਕਿ 36 ਯੁੱਗ ਤੱਕ ਇਹ ਸਿਮਰਨ ਪਰਮ ਪਿਤਾ ਪਰਮਾਤਮਾ ਆਪਣਾ ਨਾਮ ਆਪ ਹੀ ਜਪਦਾ ਰਿਹਾ। ਤੇ ਇਹ ਪਰਮ ਪਿਤਾ ਪਰਮਾਤਮਾ ਕਿਸੇ ਨੇ ਬਣਾਇਆ, ਕਿਸੇ ਨੇ ਥਾਪਿਆ, ਕਿਸੇ ਨੇ ਪੈਦਾ ਕੀਤਾ ਨਹੀਂ, ਬਲਕਿ ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ, ਆਪੀ ਨੇ ਆਪ ਸਾਜਿਆ, ਆਪੀ ਨੇ ਰਚਿਆ ਉਹ ਨਾਉ, ਦੂਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ, ਕਰ ਆਸਣ ਡਿਠੋ ਚਾਓ। ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਨੇ ਇੱਕ ਫੁਰਨਾ ਫੁਣਿਆ ਕਿ ਕਿਉਂ ਨਾ ਇੱਕ ਖੇਲ ਖੇਲਿਆ ਜਾਵੇ, ਇੱਕ ਐਸੀ ਰਚਨਾ ਕੀਤੀ ਜਾਵੇ ਜੋ ਪਰਮ ਪਿਤਾ ਪਰਮਾਤਮਾ ਨੂੰ ਮਨਜ਼ੂਰ ਹੋਵੇ ਔਰ ਪਰਮ ਪਿਤਾ ਪਰਮਾਤਮਾ ਸੰਸਾਰ ਸਾਜ ਕੇ ਉਸ ਦੇ ਵਿੱਚ ਆਪ ਖੇਲ ਖੇਲੇ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਜਦ ਫੁਰਨਾ ਹੋਇਆ ਪਰਮਾਤਮਾ ਨੂੰ, ਤੇ ਪਰਮਾਤਮਾ ਨੇ ਆਪਣੇ ਨਾਮ ਤੋਂ ਹੀ ਮਾਇਆ ਪੈਦਾ ਕਰ ਦਿੱਤੀ ਔਰ ਮਾਇਆ ਪੈਦਾ ਕਰਕੇ ਉਸ ਨੂੰ ਹੁਕਮ ਦਿੱਤਾ ਕਿ ਇੱਕ ਸ੍ਰਿਸ਼ਟੀ ਬਣਾਓ, ਇੱਕ ਮਨੁੱਖ ਐਸਾ ਬਣਾਓ, ਐਸਾ ਜੀਵ ਪੈਦਾ ਕਰੋ ਜਿਹੜਾ ਸੰਸਾਰ ਦੇ ਵਿੱਚ ਖੇਲ ਖੇਲੇ, ਖੇਲ ਤਮਾਸ਼ਾ ਜਿਹੜਾ ਖੇਲਿਆ ਜਾਵੇ ਅਤੇ ਉਸ ਦੇ ਵਿੱਚ ਉਹ ਜੀਵ ਵੀ ਲਿਪਤ ਹੋਵੇ ਅਤੇ ਮੈਂ ਵੀ ਉਸ ਦੇ ਵਿੱਚ ਆਪ ਹੀ ਬੈਠ ਕੇ ਆਪ ਹੀ ਖੇਲ ਦੇਖਾਂ, ਆਪ ਹੀ ਖੇਲ ਕਰਾਂ, ਆਪ ਹੀ ਸਭ ਕਾਸੇ ਦਾ ਕਰਤਾ ਹੋਵਾਂ। ਤੋ ਇਸ ਤਰ੍ਹਾਂ ਦੇ ਨਾਲ ਮਾਤਾ ਨੇ, ਮਈਆ ਨੇ, ਮਾਈ ਨੇ, ਜਿਹਨੂੰ ਅਸੀਂ ਮਾਇਆ ਕਹਿੰਦੇ ਹਾਂ, ਮਾਈ ਵੀ ਕਹਿੰਦੇ ਹਾਂ, ਉਸ ਮਾਇਆ ਨੇ ਤ੍ਰੈ ਗੁਣ ਰੂਪ ਦੇ ਵਿੱਚ ਬ੍ਰਹਮਾ ਵਿਸ਼ਨੂੰ ਮਹੇਸ਼ ਪੈਦਾ ਕੀਤੇ, ਰਜੋ ਤਮੋ ਸਤੋ। ਤੇ ਬ੍ਰਹਮਾ ਨੇ ਆਪਣੀ ਕਲਾ ਦੁਆਰਾ ਇੱਕ ਮਨੁੱਖ ਪੈਦਾ ਕੀਤਾ ਔਰ ਉਸ ਮਨੁੱਖ ਦੇ ਅੰਤਰ ਪਰਮ ਪਿਤਾ ਪਰਮਾਤਮਾ ਨੇ ਆਪਣੀ ਜੋਤ ਤੋਂ ਵਿਛੋੜਾ ਦੇ ਕੇ, ਵਿਜੋਗ ਦੇ ਕੇ ਇੱਕ ਜੋਤ ਜਿਹੜੀ ਹੈ ਉਸ ਮਨੁੱਖ ਦੇ ਕਾਇਆ ਦੇ ਵਿੱਚ, ਮਨੁੱਖ ਦੇ ਸਰੀਰ ਦੇ ਵਿੱਚ ਰੱਖ ਦਿੱਤੀ ਅਤੇ ਉਸ ਨੂੰ ਬੋਲਣ ਲਾ ਦਿੱਤਾ। ਤੀਜੇ ਪਾਤਸ਼ਾਹ ਜੀ ਕੁਛ ਇਸ ਤਰ੍ਹਾਂ ਇਸ ਦਾ ਵਰਣਨ ਕਰਦੇ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇਕਣਾ 10ਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨਾਉ, ਨਵਨਿਧ ਤਿਸ ਦਾ ਅੰਤ ਨਾ ਜਾਈ।
ਪਾਇਆ, ਕਹਿ ਨਾਨਕ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਸ ਤਰ੍ਹਾਂ ਦੇ ਨਾਲ ਉਸ ਮਨੁੱਖ ਦੇ ਅੰਤਰ ਗੁਫਾ ਭਾਵ ਸੁਖਮਨ ਨਾੜ ਦੇ ਵਿੱਚ ਇਹ ਜੀ ਨੂੰ ਰੱਖ ਕੇ, ਰੂਹ ਨੂੰ ਰੱਖ ਕੇ ਤੇ ਵਾਜਾ ਵਜਾ ਦਿੱਤਾ ਪਵਨ ਦੁਆਰਾ। ਪਵਨ ਦੁਆਰਾ ਇਸ ਜੀਵ ਨੂੰ ਬੋਲਣ ਲਾ ਦਿੱਤਾ ਔਰ ਇਸ ਨੂੰ ਮਾਤ ਲੋਕ ਦੇ ਵਿੱਚ ਭੇਜ ਕੇ ਇਹ ਹੁਕਮ ਕੀਤਾ ਕਿ ਤੂੰ ਮਾਤ ਲੋਕ ਦੇ ਵਿੱਚ ਜਾ ਔਰ ਉੱਥੇ ਜਾ ਕੇ ਮੈਨੂੰ ਲੱਭਣਾ ਹੈ। ਮੇਰਾ ਨਾਮ ਸਿਮਰਨ ਕਰੇਗਾ ਤੇ ਮੈਂ ਤੈਨੂੰ ਲੱਭ ਜਾਊਂਗਾ। ਜਿਵੇਂ ਜਿਵੇਂ ਤੂੰ ਮੈਨੂੰ ਆਵਾਜ਼ਾਂ ਮਾਰੇਗਾ, ਮੈਨੂੰ ਮੇਰੇ ਨਾਮ ਨੂੰ ਚੇਤੇ ਕਰੇਗਾ, ਉਵੇਂ ਉਵੇਂ ਮੈਂ ਤੈਨੂੰ ਤੇਰੇ ਨੇੜੇ ਹੁੰਦਾ ਜਾਵਾਂਗਾ ਔਰ ਤੇਰੇ ਸਹਾਈ ਹੋਵਾਂਗਾ। ਤੈਨੂੰ ਲੱਭ ਜਾਵਾਂਗਾ, ਤੈਨੂੰ ਮਿਲਣ ਕਰ ਲਵਾਂਗਾ। ਪਰ ਨਾਮ ਸਿਮਰਨ ਕਰੇਗਾ, ਨਾਮ ਸਿਮਰਨ ਕਰਦਿਆਂ ਤੈਨੂੰ ਅੰਮ੍ਰਿਤ ਰਸ ਦੀ ਪ੍ਰਾਪਤੀ ਹੋਏਗੀ, ਅਨੇਕ ਹੋਰ ਨੌ ਨਿਧਾਂ ਦੀ ਪ੍ਰਾਪਤੀ ਹੋਏਗੀ। ਅਤੇ ਇਸ ਤਰ੍ਹਾਂ ਦੇ ਨਾਲ ਤੂੰ ਪਰਮਪਿਤਾ ਪਰਮਾਤਮਾ ਦੇ ਪਿਆਰ ਦੇ ਵਿੱਚ ਪਰਮਪਿਤਾ ਪਰਮਾਤਮਾ ਨਾਲ ਮਿਲਣ ਕਰ ਲਏਗਾ। ਤੋ ਸਾਧ ਸੰਗਤ ਜੀ, ਇਸ ਜੀਵ ਨੂੰ ਮਾਤ ਲੋਕ ਦੇ ਵਿੱਚ ਪਰਮਪਿਤਾ ਪਰਮਾਤਮਾ ਨੇ ਭੇਜ ਦਿੱਤਾ ਕਿ ਜਾ ਕੇ ਉੱਥੇ ਮੇਰਾ ਨਾਮ ਸਿਮਰਨ ਕਰੋ, ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰੋ ਔਰ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਕੇ ਮੇਰੇ ਜੋਤ ਦੇ ਵਿੱਚ ਅਭੇਦ ਹੋ ਜਾਓ। ਇਹ ਇਸ ਜੀਵ ਨੂੰ ਹੁਕਮ ਲਗਾਇਆ ਪਰਮਪਿਤਾ ਪਰਮਾਤਮਾ ਨੇ। ਅਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਦੱਸਿਆ ਕਿ ਇਹ ਪ੍ਰਾਣੀ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਕੀ ਲੈਣ ਆਇਆ ਸੀ। ਅਤੇ ਗੁਰੂ ਸਾਹਿਬ ਕਰਦੇ ਹੈ, ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਗੁਰੂ ਨਾਨਕ ਦੇਵ ਜੀ ਇਸ ਮਨੁੱਖ ਨੂੰ ਇਹ ਸਮਝਾਉਂਦੇ ਆ, ਇਸ ਰੂਹ ਨੂੰ ਇਹ ਸਮਝਾਉਂਦੇ ਆ ਕਿ ਜਿਸ ਜਲ ਵਸਤੂ ਭਾਵ ਅੰਮ੍ਰਿਤ ਨਾਮ ਦੀ ਪ੍ਰਾਪਤੀ ਵਾਸਤੇ ਤੁਸੀਂ ਇਸ ਜੱਗ ਦੇ ਵਿੱਚ ਆਏ ਸੀ, ਹੇ ਪ੍ਰਾਣੀ, ਹੇ ਮਨੁੱਖ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਉਹ ਅੰਮ੍ਰਿਤ ਤਾਂ ਗੁਰੂ ਦੇ ਚਰਨਾਂ ਦੇ ਵਿੱਚ ਹੈ। ਗੁਰੂ ਸਾਹਿਬ ਹੁਣ ਸਾਨੂੰ ਭੇਦ ਦੀ ਗੱਲ ਦੱਸਦੇ ਆ ਕਿ ਭਾਈ ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਜਦੋਂ ਸੁਰਤੀ ਟਿਕਾ ਕੇ ਨਾਮ ਸਿਮਰਨ ਕਰੋਗੇ, ਉਸ ਨੂੰ ਆਵਾਜ਼ਾਂ ਮਾਰੋਗੇ ਨਾ, ਅਤੇ ਉਦੋਂ ਤੁਹਾਡੇ ਅੰਤਰ ਹਿਰਦੇ ਦੇ ਵਿੱਚ ਅੰਮ੍ਰਿਤ ਰਸ ਦੀ ਪ੍ਰਾਪਤੀ ਹੋ ਜਾਏਗੀ। ਅਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਕਰਨਾ ਹੋਰ ਕੀ ਹੈ, ਕੀ ਸਿੱਧਾ ਨਾਮ ਸਿਮਰਨ ਕਰਾਂ ਹੀ ਪ੍ਰਾਪਤੀ ਹੋ ਜਾਏ। ਗੁਰੂ ਸਾਹਿਬ ਕਹਿੰਦੇ ਨਹੀਂ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਕਹਿੰਦੇ ਵੀ ਵੇਸ ਭਾਵ ਭੇਸ ਕਰ ਲੈਣਾ, ਭੇਖ ਕਰ ਲੈਣਾ, ਦੁਬਦਾ ਪਖੰਡ ਦੇ ਵਿੱਚ ਆਪਣੇ ਆਪ ਨੂੰ ਕੁਛ ਹੋਰ ਹੋਣਾ ਅਤੇ ਕਹਿਣਾ ਕੁਛ ਹੋਰ, ਚਤੁਰਾਈ ਕਰਨੀ, ਚਲਾਕੀ ਕਰਨੀ, ਦੁਬਦਾ ਮਨ ਦੀ ਦੁਬਦਾ ਦੇ ਵਿੱਚ ਬਣੇ ਰਹਿਣਾ ਕਿ ਇੱਕ ਪਰਮਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੋ ਕੇ ਪਰਮਾਤਮਾ ਦਾ ਨਾਮ ਨਾ ਸਿਮਰਨ ਕਰਨਾ, ਬਲਕਿ ਮਨ ਦੇ ਵਿੱਚ ਦੁਬਦਾ ਰਹਿਣੀ ਕਿ ਪਤਾ ਨਹੀਂ ਨਾਮ ਸਿਮਰਨ ਕਰਿਆ ਸਾਨੂੰ ਪਰਮਾਤਮਾ ਮਿਲੇਗਾ ਕਿ ਨਹੀਂ ਮਿਲੇਗਾ। ਅਤੇ ਗੁਰੂ ਸਾਹਿਬ ਕਹਿੰਦੇ ਵੀ ਜਦੋਂ ਇਹ ਅਵਸਥਾ ਤੇਰੀ ਹੋਏਗੀ ਨਾ ਮਨੁੱਖ, ਉਦੋਂ ਇਹ ਫਲ ਤੈਨੂੰ ਪ੍ਰਾਪਤ ਨਹੀਂ ਹੋਵੇਗਾ, ਇਹ ਫਲ ਨਹੀਂ ਪ੍ਰਾਪਤ ਹੋਵੇਗਾ। ਅਤੇ ਗੁਰੂ ਸਾਹਿਬ ਕਹਿੰਦੇ ਹੈ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਹੇ ਮਨ, ਹੇ ਰੂਹ, ਹੇ ਜੀਵ, ਤੂੰ ਸਦਾ ਥਿਰ ਰਹਿ, ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਸੁਰਤੀ ਜੋੜ ਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਥਿਰ ਕਰ ਦੇ। ਮਤ ਕਤ ਜਾਹੀ ਜੀਓ, ਮਤ ਹੋਰ ਕਿਤੇ ਜਾਏਗਾ ਤੂੰ, ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਅਤੇ ਫਿਰ ਕੀ ਹੈ, ਗੁਰੂ ਸਾਹਿਬ ਕਹਿੰਦੇ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਕਰ ਅੰਮ੍ਰਿਤ ਕਟ ਮਾਹੀ ਜੀਓ। ਇਹ ਮਨੁੱਖ, ਜੇ ਕਿਤੇ ਤੈਨੂੰ ਇਹ ਭੁਲੇਖਾ ਹੋਵੇ ਕਿ ਬਾਹਰ ਕਿਤੋਂ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਏਗੀ ਅਤੇ ਤੂੰ ਬਾਹਰ ਜੰਗਲਾਂ ਦੇ ਵਿੱਚ ਲੱਭਦਾ ਫਿਰੇ, ਹੋਰ ਸਾਗਰਾਂ 'ਤੇ, ਤੱਟਾਂ 'ਤੇ, ਤੀਰਥਾਂ 'ਤੇ, ਹੋਰ ਮੜੀਆਂ ਮਸਾਣੀਆਂ ਦੇ ਵਿੱਚ ਤੂੰ ਲੱਭਦਾ ਫਿਰੇ, ਅਤੇ ਗੁਰੂ ਸਾਹਿਬ ਕਹਿੰਦੇ ਆ ਬਾਹਰ ਢੂੰਡਤ ਬਹੁਤ ਦੁੱਖ ਪਾਵੇ। ਜਦੋਂ ਤੂੰ ਬਾਹਰ ਢੂੰਡੇਗਾ ਨਾ ਤੈਨੂੰ ਬਹੁਤ ਦੁੱਖ ਪ੍ਰਾਪਤੀ ਹੋਏਗੀ, ਸੁੱਖ ਨਹੀਂ ਮਿਲੇਗਾ, ਅੰਮ੍ਰਿਤ ਨਹੀਂ ਮਿਲੇਗਾ। ਅਤੇ ਫਿਰ ਗੁਰੂ ਸਾਹਿਬ ਕਹਿੰਦੇ ਘਰ ਅੰਮ੍ਰਿਤ ਘਟ ਮਾਹੀ ਜੀਓ। ਤੇਰੇ ਘਰ ਦੇ ਅੰਦਰ ਹੀ ਅੰਮ੍ਰਿਤ ਦਾ ਇੱਕ ਘਟ ਤੇਰੇ ਅੰਤਰ ਹਿਰਦੇ ਦੇ ਵਿੱਚ
ਤੇਰੇ ਅੰਤਰ ਸਰੀਰ ਦੇ ਵਿੱਚ, ਤੇਰੀ ਅੰਤਰ ਕਾਇਆ ਦੇ ਵਿੱਚ, ਜਿਹਨੂੰ ਘਟ ਵੀ ਕਿਹਾ ਜਾਂਦਾ ਹੈ। ਕਹਿੰਦੇ ਵੀ ਪਰਮਾਤਮਾ ਦੀ ਕਿਰਪਾ ਨਾਲ ਉਹ ਅੰਮ੍ਰਿਤ ਜਿਹੜਾ ਹੈ ਤੇਰੇ ਅੰਤਰ ਘਟ ਦੇ ਵਿੱਚ ਹੀ ਬਿਰਾਜਮਾਨ ਹੈ, ਬਾਹਰ ਢੂੰਡਣ ਦੀ ਕੋਈ ਲੋੜ ਨਹੀਂ ਹੈ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਅਵਗੁਣ ਛੋੜ ਗੁਣਾ ਕੋ ਤਾਵੋ। ਹੁਣ ਗੁਰੂ ਸਾਹਿਬ ਇਸ ਮਾਤ ਲੋਕ ਦੇ ਵਿੱਚ ਆਈ ਹੋਈ ਜੀਵ ਆਤਮਾ ਨੂੰ ਇਹ ਰਸਤਾ ਦੱਸ ਰਹੇ ਸੱਚ ਦਾ, ਕਿ ਤੈਨੂੰ ਉਹ ਅੰਮ੍ਰਿਤ ਜਿਹੜਾ ਤੂੰ ਲੱਭਣ ਆਇਆ ਨਾ ਮਾਤ ਲੋਕ ਦੇ ਵਿੱਚ, ਉਹ ਤੈਨੂੰ ਕਿਵੇਂ ਪ੍ਰਾਪਤ ਹੋਵੇਗਾ। ਪਰਮਾਤਮਾ ਦੇ ਚਰਨਾਂ 'ਚ ਉਹ ਅੰਮ੍ਰਿਤ ਹੈ, ਪਰ ਬਾਹਰ ਲੱਭਿਆ ਨਹੀਂ ਮਿਲਣਾ ਗਾ। ਤੂੰ ਕੀ ਕਰਨਾ ਹੈ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਸ਼ਰਨ ਦੇ ਵਿੱਚ, ਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਸੁਰਤੀ ਨੂੰ ਜੋੜ ਲੈ। ਤੇ ਗੁਰੂ ਸਾਹਿਬ ਹੁਣ ਕਹਿੰਦੇ ਆ ਵੀ ਭਾਈ ਹੋਰ ਕੀ ਕਰਨਾ ਪਏਗਾ, ਤੇ ਗੁਰੂ ਸਾਹਿਬ ਕਹਿੰਦੇ ਅਵਗੁਣ ਛੋੜੋ ਗੁਣਾ ਕੋ ਧਾਵੋ। ਕਹਿੰਦੇ ਗੁਣਾਂ ਦੀ ਪ੍ਰਾਪਤੀ ਕਰੋ, ਤੇ ਜੇ ਕਿਤੇ ਔਗਣ ਹੋ ਵੀ ਜਾਵੇ ਤੇ ਭਾਈ ਪਛਤਾਤਾਪ ਕਰੋ, क्षमा मंगो परमपिता परमात्मा तो। अवगुण छोड़ गुणा को तावो, कर अवगुण पछताही जियो। गुरु साहब कहते हैं भाई अवगुणा नूं छड्ड दिओ, गुणा दी खोज करो, अपने अंतर हिरदे दे विच, अपने शरीर दे विच गुणा नूं प्राप्त करो। तो जे किते अवगुण हो भी जाए तो कहते भी पश्चाताप करके माफिया मंगो उस परमपिता परमात्मा तो। सर अपसर की सार न जाने। ਜਿਹੜੇ ਲੋਕ, ਜਿਹੜੇ ਮਨੁੱਖ, ਜਿਹੜੀਆਂ ਰੂਹਾਂ ਸਰ ਭਾਵ ਪਰਮਪਿਤਾ ਪਰਮਾਤਮਾ ਦੇ ਅੰਮ੍ਰਿਤ ਨਾਮ ਦਾ ਸਰੋਵਰ, ਅਪਸਰ ਭਾਵ ਬੁਰਾ ਜਲ, ਬੁਰਾ ਜਲ ਮਤਲਬ ਕਿਸ ਤਰ੍ਹਾਂ ਕਿ ਕਈ ਵਾਰੀ ਨਾ ਅਸੀਂ ਐਸੇ ਅੰਮ੍ਰਿਤ ਦੇ ਭੁਲੇਖੇ 'ਚ ਵੀ ਅਸੀਂ ਐਸੇ ਕਰਮ ਕਰਦੇ ਹਾਂ ਕਿ ਸਾਨੂੰ ਉਸ ਦੀ ਸਾਰਤਾ ਹੁੰਦੀ ਨਹੀਂ, ਔਰ ਅਸੀਂ ਉਹ ਪਾਪ ਕਰਮਾਂ ਦੇ ਵਿੱਚ ਅੰਮ੍ਰਿਤ ਦੇ ਭੁਲੇਖੇ ਹੀ ਅਸੀਂ ਹੋਰ ਬੁਰੇ ਜਿਹੜੇ ਹੈ ਜਲ ਹੈ ਜਾਂ ਬੁੜੇ, ਜਿਵੇਂ ਅਸੀਂ ਕਹਿੰਦੇ ਹਾਂ ਕਿ ਜੇ ਮੱਧ ਬੁਰਾ ਜਲ ਹੈ, ਅਪਸਰ ਹੈ, ਤਾਂ ਉਹ ਇਸ ਤਰ੍ਹਾਂ ਦੇ ਚੱਕਰਾਂ 'ਚ ਅਸੀਂ ਫਸ ਕੇ ਸਰ ਸਰੋਵਰ ਦੀ, ਅੰਮ੍ਰਿਤ ਸਰੋਵਰ ਦੀ ਸਾਰਤਾ ਅਸੀਂ ਜਾਣਦੇ ਨਹੀਂ। ਤੇ ਫਿਰ ਕਹਿੰਦੇ ਆ ਕਿ ਫਿਰ ਕੀਚ ਬੁਢਾਹੀ ਜੀਓ। ਇਸ ਅੰਮ੍ਰਿਤ ਦੇ ਲੱਭਣ ਦੇ ਵਿੱਚ ਅਸੀਂ ਆਪਣੇ ਆਪ ਨੂੰ ਭਵ ਸਾਗਰ ਦੇ ਵਿੱਚ ਡੋਬ ਲੈਂਦੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਆ ਅੰਤਰ ਮੈਲ ਲੋਭ ਬਹੁ ਝੂਠੇ। ਅਸੀਂ ਭੁਲੇਖੇ 'ਚ ਫਿਰਦੇ ਹਾਂ ਕਿ ਅਸੀਂ ਜਲ ਦੇ ਵਿੱਚ ਇਸ਼ਨਾਨ ਕਰਦੇ ਹਾਂ, ਅਸੀਂ ਅੰਮ੍ਰਿਤ ਦੇ ਵਿੱਚ ਇਸ਼ਨਾਨ ਕਰ ਲਿਆ, ਸਾਡਾ ਮਨ ਸੁੱਚਾ ਹੋ ਗਿਆ, ਸਾਡਾ ਤਨ ਸੁੱਚਾ ਹੋ ਗਿਆ, ਅਤੇ ਅਸੀਂ ਆਪਣੇ ਆਪ ਨੂੰ ਪਵਿੱਤਰ ਕਰ ਲਿਆ। ਪਰ ਗੁਰੂ ਸਾਹਿਬ ਕਹਿੰਦੇ ਆ ਕਿ ਅੰਤਰ ਹਿਰਦੇ ਦੇ ਵਿੱਚ ਤਾਂ ਮੈਲ ਹੈ ਭਾਈ, ਜੂਨਾਂ ਦੀ, ਪਤਾ ਨਹੀਂ ਕਿੰਨੇ ਜਨਮਾਂ ਦੀ ਤੇਰੇ 'ਤੇ ਇਹ ਮੈਲ ਚੜ੍ਹੀ ਹੋਈ ਹੈ, ਅਤੇ ਬਹੁਤ ਲੋਭ ਦੇ ਵਿੱਚ ਫਸਿਆ ਹੋਇਆ ਹੈ, ਬਹੁਤ ਤਰੀਕਿਆਂ ਦੇ ਨਾਲ ਤੂੰ ਝੂਠੇ ਕਰਮ ਕਰਦਾ ਹੈ। ਅਤੇ ਕਹਿੰਦੇ ਕਿ ਗੁਰੂ ਸਾਹਿਬ ਕਹਿੰਦੇ ਆ ਭਾਈ ਇਹ ਜਿਹੜੇ ਹੈ ਨਾ ਬਾਹਰ ਨਹਾਇਆ ਤਾਂ ਮੈਲ ਨਹੀਂ ਉਤਰਨੀ, ਇਹ ਪਾਪ ਕਰਮ ਜਿਹੜੇ ਆ ਬਾਹਰ ਨਹਾਇਆ ਨਹੀਂ ਉਤਰਨੇਗੇ। ਇਹ ਬਾਹਰ ਕਿਉਂ ਨਹਾਉਣਾ ਭਾਈ, ਤੂੰ ਬਾਹਰ ਨਹਾਇਆ ਨਹੀਂ ਉਤਰਨੇ, ਤੂੰ ਕਿਰਪਾ ਕਰ ਪਰਮਾਤਮਾ ਦਾ ਨਾਮ ਜਿਹੜਾ ਹੈ, ਪਰਮਾਤਮਾ ਦੀ ਸ਼ਰਨ ਹੋ ਕੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰ, ਔਰ ਨਾਮ ਸਿਮਰਨ ਕਰੇਗਾ ਤੇ ਤੈਨੂੰ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋ ਜਾਏਗੀ। ਕਹਿੰਦੇ ਨਿਰਮਲ ਨਾਮ ਜਪੋ ਸਦ ਗੁਰਮੁਖ। ਹੁਣ ਗੁਰੂ ਸਾਹਿਬ ਇਹ ਕਹਿੰਦੇ ਆ ਭਾਈ ਨਿਰਮਲ ਨਾਮ ਜਪੋ। ਨਿਰਮਲ ਨਾਮ ਕੀ, ਕਿ ਨਾਮ ਪਰਮਪਿਤਾ ਪਰਮਾਤਮਾ ਦਾ ਜਿਹੜਾ ਹੈ ਉਹ ਸਦਾ ਸੱਚਾ ਹੈ, ਸਦਾ ਨਿਰਮਲ ਹੈ, ਸਦਾ ਪਵਿੱਤਰ ਹੈ, ਸਦਾ ਅੰਮ੍ਰਿਤ ਰਸ ਹੈ। ਕਹਿੰਦੇ ਵੀ ਉਸ ਨੂੰ ਇਹ ਗੁਰਮੁਖ ਬਣ ਕੇ ਜਪੋ। ਜੋ ਗੁਰੂ ਦਾ ਉਪਦੇਸ਼ ਹੋ ਰਿਹਾ ਹੈ, ਜੋ ਗੁਰੂ ਦਾ ਹੁਕਮ ਹੋ ਰਿਹਾ ਹੈ, ਜੋ ਗੁਰੂ ਦੀ ਰਜ਼ਾ ਹੈ, ਉਸ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਢਾਲ ਕੇ ਇਸ ਨਾਮ ਨੂੰ ਜਪਣ ਦੀ ਖੇਚਲ ਕਰੋ। ਭਾਵ ਇਹ ਨਾਮ ਨੂੰ ਜਪੋ ਭਾਈ ਗੁਰਮੁਖ ਪਿਆਰਿਓ। ਤੇ ਅੰਤਰ ਕੀ ਗਤ ਤਾਹੀ ਜਿਓ। ਭਾਵ ਅੰਤਰ ਮਨ ਦੀ ਗਤ, ਰੂਹ ਦੀ ਗਤ, ਜਿੰਦ ਦੀ ਗਤ, ਜੀਵ ਦੀ ਗਤ। ਕਹਿੰਦੇ ਵੀ ਤਾਂ ਹੀ ਹੈ ਜੇ ਤੁਸੀਂ ਗੁਰਮੁਖ ਹੋ ਕੇ ਉਸ ਪਰ ਨਿਰਮਲ ਨਾਮ ਨੂੰ, ਪਰਮਾਤਮਾ ਦੇ ਨਿਰਮਲ ਨਾਮ ਨੂੰ ਸਿਮਰਨ ਕਰੋਗੇ ਨਾ, ਤੇ ਗੁਰੂ ਸਾਹਿਬ ਦੀ ਕਿਰਪਾ ਹੋਏਗੀ, ਤੁਹਾਡੀ ਗਤ ਹੋ ਜਾਏਗੀ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਕਹਿੰਦੇ ਵੀ ਇਹ ਅੰਮ੍ਰਿਤ ਜਿਹੜਾ ਹੈ ਨਾ, ਇਹ ਪਰਮਾਤਮਾ ਦਾ ਨਾਮ ਹੈ, ਪਰਮੇਸ਼ਰ ਦਾ ਨਾਮ ਹੈ, ਤੇ ਇਹ ਨਾਮ ਹੀ ਅੰਮ੍ਰਿਤ ਹੈ। ਜਿਹੜਾ ਇਸ ਨੂੰ ਸਿਮਰਦਾ ਹੈ
ਉਹ ਜੀਵਤ ਹੋ ਜਾਂਦਾ, ਜੀਵਤ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਨਿਰਾਲਮ ਹਰਿਆ ਰੂਹ ਹਰੀ ਭਰੀ ਹੋ ਜਾਂਦੀ ਹੈ ਔਰ ਸਦਾ ਅੰਮ੍ਰਿਤਾ ਵੱਲ ਅੰਮ੍ਰਿਤਾ ਨੂੰ ਪ੍ਰਾਪਤ ਕਰ ਲੈਂਦੀ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਜਿਸਨੂੰ ਕਰਮ ਪ੍ਰਾਪਤ ਹੋਵੈ, ਸੋ ਜਨ ਨਿਰਮਲ ਥੀਵੈ। ਜਿਸ ਨੂੰ ਇਹ ਨਾਮ ਸਿਮਰਨ ਕਰਨ ਦਾ ਕਰਮ ਪ੍ਰਾਪਤ ਹੋ ਜਾਂਦਾ ਨਾ, ਗੁਰੂ ਸਾਹਿਬ ਕਹਿੰਦੇ ਜਿਹੜਾ ਕੋਈ ਸਿਮਰਨ ਦਾ ਕਰਮ ਕਰਦਾ ਹੈ, ਕਹਿੰਦੇ ਉਹ ਜਨ ਜਿਹੜਾ ਨਾ ਨਿਰਮਲ ਹੋ ਜਾਂਦਾ ਹੈ, ਉਹਦੀ ਰੂਹ ਜਿਹੜੀ ਹੈ ਨਿਰਮਲ ਹੋ ਜਾਂਦੀ ਹੈ, ਪਰਮਾਤਮਾ ਦੀ ਜੋਤ ਵਰਗੀ ਸੁੱਧ ਜੋਤ ਹੋ ਜਾਂਦੀ ਹੈ ਔਰ ਫਿਰ ਪਰਮਪਿਤਾ ਪਰਮਾਤਮਾ ਦੇ ਨਾਲ ਉਸ ਦਾ ਮਿਲਨ ਹੋ ਜਾਂਦਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਵੀ ਇਸ ਤਰ੍ਹਾਂ ਦਾ ਅੰਮ੍ਰਿਤ ਦਾ ਖੂੰਟਾ ਸਾਡੇ ਅੰਤਰ ਹੀ ਭਰਿਆ ਹੋਇਆ, ਬਾਹਰ ਕਿਤੇ ਲੱਭਣ ਦੀ ਲੋੜ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਆ, ਬਾਹਰ ਢੂੜਤ ਬਹੁਤ ਦੁੱਖ ਪਾਵੈ, ਕਰ ਅੰਮ੍ਰਿਤ ਘਟ ਮਾਹੀ ਜੀਓ। ਅਤੇ ਗੁਰੂ ਸਾਹਿਬ ਕਹਿੰਦੇ ਆ, ਅੰਤਰ ਖੂਟਾ ਅੰਮ੍ਰਿਤ ਭਰਿਆ, ਸਬਦੇ ਕਾੜ ਪੀਐ ਪਨਿਹਾਰੀ। ਇਸ ਤਰ੍ਹਾਂ ਦੀ ਕਿਰਿਆ ਕਰੇ ਨਾ ਕਿ ਅੰਤਰੀ ਖੂਹ ਜਿਹੜਾ ਹੈ ਅੰਮ੍ਰਿਤ ਦਾ ਹੈ, ਅਤੇ ਜੇ ਕਿਤੇ ਪੀਣ ਵਾਲੀ ਪਾਣੀ ਪ੍ਰਾਪਤ ਕਰਨ ਵਾਲੀ ਪਨਿਹਾਰੀ ਜਿਹੜੀ ਹੈ ਕਿ ਉਹ ਸ਼ਬਦ ਦੇ ਦੁਆਰਾ, ਸ਼ਬਦ ਦਾ ਸਿਮਰਨ ਕਰਕੇ ਇਹ ਅੰਮ੍ਰਿਤ ਨੂੰ ਕੱਢੇ ਅਤੇ ਫਿਰ ਪੀਵੇ, ਅਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਉਸ 'ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ। ਅਤੇ ਇਹ ਅੰਮ੍ਰਿਤ ਹੈ ਕਿ ਭਾਈ, ਅੰਮ੍ਰਿਤ ਨਾਮ ਨਿਧਾਨ ਹੈ। ਅੰਮ੍ਰਿਤ ਨਾਮ ਹੈ ਔਰ ਖਜ਼ਾਨਾ ਹੈ, ਸੁੱਖਾਂ ਦਾ ਖਜ਼ਾਨਾ ਹੈ। ਮਿਲ ਪੀਵੋ ਭਾਈ, ਇਸ ਨੂੰ ਭਾਈ ਪਰਮਾਤਮਾ ਦੀ ਸ਼ਰਨ ਦੇ ਵਿੱਚ ਮਿਲ ਕੇ ਪੀਵੋ। ਅਤੇ ਜਿਸ ਸਿਮਰਤ ਸੁਖ ਪਾਈਐ, ਸਭ ਤਿਖਾ ਬੁਝਾਈ। ਜਿਸ ਦੇ ਸਿਮਰਨ ਕੀਤਿਆਂ ਸਭ ਸੁੱਖ ਪ੍ਰਾਪਤ ਹੋ ਜਾਂਦੇ ਹੈ। ਅਤੇ ਗੁਰੂ ਸਾਹਿਬ ਕਹਿੰਦੇ ਆ, ਜੇ ਕੋਈ ਤ੍ਰਿਸ਼ਨਾ ਹੋਵੇ, ਤ੍ਰਿਖਾ ਹੋਵੇ, ਕਸ਼ਟ ਹੋਵੇ, ਲੇਸ਼ ਮਾਤਰ ਵੀ ਕਸ਼ਟ ਹੋਵੇ, ਅਤੇ ਗੁਰੂ ਸਾਹਿਬ ਕਹਿੰਦੇ ਆ ਉਹ ਸਾਰੀ ਤ੍ਰਿਖਾ ਜਿਹੜੀ ਹੈ ਨਾ, ਇਹ ਅੰਮ੍ਰਿਤ ਨਾਮ ਜਿਹੜਾ ਹੈ ਰੂਹ ਦੀ ਤ੍ਰਿਖਾ ਨੂੰ ਬੁਝਾ ਦਿੰਦਾ ਹੈ। ਅਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ, ਭਾਈ ਇਸ ਨਾਮ ਨੂੰ ਸਿਮਰਨ ਕਰੋਗੇ ਨਾ ਤੁਸੀਂ ਇਸ ਸੰਸਾਰ ਦੇ ਉੱਤੇ ਇਹ ਨਾਮ ਸਿਮਰਨ ਕਰਨੀ ਆਏ ਹੋ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਤੁਸੀਂ ਅੰਮ੍ਰਿਤ ਦੀ ਪ੍ਰਾਪਤੀ ਕਰਨੀ, ਔਰ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਤੁਹਾਡਾ ਮਨ ਨਿਰਮਲ ਹੋ ਜਾਏਗਾ ਔਰ ਅੰਮ੍ਰਿਤ ਰਸ ਦੇ ਵਿੱਚ ਰਸਿਆ ਹੋਇਆ ਰੂਹ ਜਿਹੜੀ ਹੈ ਇਹ ਪਰਮਪਿਤਾ ਪਰਮਾਤਮਾ ਦੇ ਨਾਲ ਮਿਲਣ ਕਰ ਲਏਗੀ। ਪਰ ਗੁਰੂ ਸਾਹਿਬ ਕਹਿੰਦੇ ਆ, ਭਾਈ ਹੋਰ ਕੰਮਾਂ ਤੋਂ ਬਚੋ। ਗੁਰੂ ਸਾਹਿਬ ਕੀ ਕਹਿੰਦੇ ਆ, ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਕਹਿੰਦੇ ਵੀ ਲੋਭ ਨੂੰ ਤਿਆਗ ਦਿਓ, ਨਿੰਦਾ ਨੂੰ ਤਿਆਗ ਦਿਓ, ਕੂੜ ਨੂੰ ਛੱਡ ਦਿਓ ਭਾਈ, ਕੂੜ ਨੂੰ ਛੱਡ ਦਿਓ। ਅਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ, ਸੱਚ ਗੁਰ ਬਚਨੀ, ਗੁਰੂ ਦੇ ਬਚਨਾਂ ਦੁਆਰਾ, ਸੱਚੇ ਗੁਰੂ ਦੇ ਬਚਨਾਂ ਦੁਆਰਾ ਤੁਹਾਨੂੰ ਇਹ ਫਲ ਦੀ ਪ੍ਰਾਪਤੀ ਹੋ ਜਾਏਗੀ, ਤੁਸੀਂ ਇਸ ਫਲ ਨੂੰ ਪ੍ਰਾਪਤ ਕਰ ਲਓਗੇ। ਅਤੇ ਗੁਰੂ ਸਾਹਿਬ ਕਹਿੰਦੇ, ਜਿਉਂ ਪਾਵੈ ਤਿਉ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਅਤੇ ਅਖੀਰ ਅਸੀਂ, ਸਾਡੀ ਰੂਹ ਨੇ, ਅਸੀਂ ਪਰਮਾਤਮਾ ਦੀ ਸ਼ਰਨਾਗਤ ਹੋ ਕੇ, ਬਿਨੈਵੰਤ ਹੋ ਕੇ ਪਰਮਾਤਮਾ ਨੂੰ ਇਹ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਜੋ ਤੈਨੂੰ ਚੰਗਾ ਲੱਗਦਾ ਹੈ ਨਾ ਤਿਵੇਂ ਹੀ ਰੱਖ। ਹੇ ਪਰਮਪਿਤਾ ਪਰਮਾਤਮਾ ਜੀਓ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਹੀ ਇਹ ਮੇਰੀ ਰੂਹ ਨੂੰ ਰੱਖੋ, ਦਾਸ ਨੂੰ ਉਸੇ ਤਰ੍ਹਾਂ ਹੀ ਰੱਖੋ। ਜਨ ਨਾਨਕ ਸ਼ਬਦ ਸਲਾਹੀ ਜੀਓ। ਮੈਂ ਤੇਰਾ ਪਿਆਰਾ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੋਹਰ, ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਆ ਸਾਨੂੰ ਕਿ ਮੈਂ ਤੇਰਾ ਪਿਆਰਾ ਸ਼ਬਦ ਦੀ ਸਲਾਹ, ਸਿਫਤ ਸਲਾਹ ਹਮੇਸ਼ਾ ਹੀ ਕਰਦਾ ਰਹਾਂਗਾ। ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ, ਕਿਰਪਾ ਕਰੋ। ਅਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ, ਭਾਈ ਜਿਸ ਅੰਮ੍ਰਿਤ ਦੀ ਪ੍ਰਾਪਤੀ ਕਰਨ ਵਾਸਤੇ ਤੁਸੀਂ ਆਏ ਹੋ ਨਾ, ਉਹ ਅੰਮ੍ਰਿਤ ਗੁਰੂ ਦੇ ਪਰਮਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਹੈ। ਤੁਸੀਂ ਉਸ ਦਾ ਨਾਮ ਸਿਮਰਨ ਕਰਕੇ ਉਸ ਅੰਮ੍ਰਿਤ ਨੂੰ ਪ੍ਰਾਪਤ ਕਰ ਸਕਦੇ ਹੋ, ਔਰ ਉਹ ਅੰਮ੍ਰਿਤ ਦੇ ਪ੍ਰਾਪਤ ਕੀਤਿਆਂ ਸਾਡੀ ਰੂਹ ਜਿਹੜੀ ਹੈ ਨਿਰਮਲ ਹੋ ਜਾਏਗੀ, ਸ਼ੀਤਲ ਹੋ ਜਾਏਗਾ ਮਨ ਸਾਡਾ, ਅਤੇ ਇਹ ਰੂਹ ਜਿਹੜੀ ਹੈ ਪਰਮਪਿਤਾ ਪਰਮਾਤਮਾ ਦੀ ਜੋਤ ਦੇ ਨਾਲ ਅਭੇਦ ਹੋ ਜਾਏਗੀ। ਗੁਰੂ ਸਾਹਿਬ ਕਹਿੰਦੇ ਆ, ਭਈ ਪ੍ਰਾਪਤ ਮਾਨੁਖ ਧੇਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਭਾਈ ਇਹ ਪਰਮਾਤਮਾ ਦੇ ਨਾਮ ਨਾਲ ਤੇਰੀ ਇਹ ਜਿਹੜੀ ਬਾਰੀ ਹੈ ਨਾ, ਇਹ ਪਰਮਾਤਮਾ ਦੇ ਮਿਲਣ ਦੀ ਬਾਰੀ ਜਿਹੜੀ ਆ ਉਹ ਪੂਰੀ ਹੋ ਜਾਏਗੀ।
ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਜਪ ਤਪ ਸੰਜਮ ਧਰਮ ਨਾ ਕਮਾਇਆ। ਹੇ ਮਨੁੱਖ, ਤੂੰ ਹਾਲੇ ਕੁਛ ਨਹੀਂ ਕਰਿਆਗਾ। ਤੂੰ ਜਪ ਕਰ, ਤਪ ਕਰ, ਸੰਜਮ ਧਾਰਨ ਕਰ, ਪਰਮਾਤਮਾ ਦੀ ਸ਼ਰਨ ਹੋ ਕੇ ਪਰਮਾਤਮਾ ਦੀ ਸਿਫਤ ਸਲਾਹ ਕਰ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਿਸੇ ਐਸੇ ਮਹਾਂਪੁਰਸ਼ ਦੀ ਸੇਵਾ ਵੀ ਨਹੀਂ ਕੀਤੀ ਜਿਸ ਨੇ ਪਰਮਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਤੇ ਗੁਰੂ ਸਾਹਿਬ ਕਹਿੰਦੇ ਆ ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਹੇ ਗੁਰਮੁਖ ਪਿਆਰਿਓ, ਅੱਜ ਦੇ ਸਮੇਂ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪੰਚਮ ਪਾਤਸ਼ਾਹ ਜੀ ਇਹ ਕਹਿੰਦੇ ਆ ਭਾਈ ਗੁਰਮੁਖ ਪਿਆਰਿਓ, ਪਰਮਾਤਮਾ ਨੂੰ ਹਰ ਰੋਜ਼ ਬੇਨਤੀ ਕਰਿਆ ਕਰੋ। ਕਹੋ ਨਾਨਕ ਹਮ ਨੀਚ ਕਰਮਾ। ਸੱਚੇ ਪਾਤਸ਼ਾਹ ਅਸੀਂ ਤਾਂ ਔਗਣ ਹਾਰੇ ਹਾਂ, ਭੁੱਲਣ ਹਾਰੇ ਹਾਂ, ਪਰ ਹਾਂ ਤੇਰੇ ਕਿਰਪਾ ਕਰ ਸਾਡੇ ਤੇ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ। ਮੈਂ ਤੇਰੀ ਸ਼ਰਨ ਦੇ ਵਿੱਚ ਪੈ ਗਿਆ ਸੱਚੇ ਪਾਤਸ਼ਾਹ। ਸ਼ਰਨ ਪਰੇ ਕੀ ਰਾਖੋ ਸ਼ਰਮਾ। ਸੱਚੇ ਪਾਤਸ਼ਾਹ ਕਿਰਪਾ ਕਰੋ, ਸ਼ਰਮ ਰੱਖ ਕੇ ਮੈਨੂੰ ਆਪਣਾ ਬਣਾ ਲਓ, ਮੈਨੂੰ ਆਪਣਾ ਬਣਾ ਕੇ ਆਪਣੇ ਨਾਲ ਮੇਲ ਲਓ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦੇ ਹੋਏ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਭਾਈ ਇਹ ਪ੍ਰਾਣੀ ਜਿਹੜਾ ਹੈ ਇਸ ਸੰਸਾਰ ਦੇ ਉੱਤੇ ਸਿਰਫ ਇਸੇ ਕੰਮ, ਹੋਰ ਕੰਮ, ਕੋਈ ਪੁੱਤ ਧੀਆਂ ਪਾਲਣ ਵਾਸਤੇ ਨਹੀਂ ਆਇਆ, ਕੋਈ ਬਿਲਡਿੰਗਾਂ ਬਣਾਉਣ ਵਾਸਤੇ ਨਹੀਂ ਆਇਆ, ਕੋਈ ਦੇਸ਼ ਖਰੀਦਣ ਵਾਸਤੇ ਨਹੀਂ ਆਇਆ, ਕੋਈ ਦੇਸ਼ ਜਿੱਤਣ ਵਾਸਤੇ, ਕੋਈ ਦੇਸ਼ ਨਸ਼ਟ ਕਰਨ ਵਾਸਤੇ, ਕੋਈ ਦੇਸ਼ ਧਰਤੀ ਨੂੰ ਕਬਜ਼ਾ ਕਰਨ ਵਾਸਤੇ, ਜਾਂ ਮਤਲਬ ਨਹੀਂ। ਇਸ ਪ੍ਰਾਣੀ ਨੇ ਇੱਥੇ ਹੀ ਸਭ ਕੁਝ ਛੱਡ ਕੇ ਜਾਣਾ, ਖਾਲੀ ਹੱਥੀ ਜਾਣਾ। ਖਾਲੀ ਹੱਥੀ ਆਇਆ ਸੀ, ਪਰ ਇਸ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਆਇਆ ਇਸ ਸੰਸਾਰ ਦੇ ਉੱਤੇ ਸਿਰਫ ਤੇ ਸਿਰਫ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਸਤੇ ਹੈ। ਗੁਰੂ ਸਾਹਿਬ ਕਹਿੰਦੇ ਆ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਹ ਕਰਮ। ਤੋ ਇਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਕਰਾਂਗੇ ਤਾਂ ਸਾਡਾ ਆਇਆ ਇੱਥੇ ਸੰਸਾਰ ਦੇ ਵਿੱਚ ਸਫਲਾ ਹੋ ਜਾਏਗਾ। ਤੋ ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦੇ ਹੋਏ ਅਸੀਂ ਸ਼ਮਾ ਦੇ ਜਾਚਕ ਹਾਂ। ਭੁੱਲਾਂ ਚੁੱਕਾਂ ਲਈ ਮਾਫੀ ਹੈ, ਤਰੁੱਟੀਆਂ ਹੋ ਸਕਦੀਆਂ, ਕਈ ਗਲਤੀਆਂ ਹੋ ਸਕਦੀਆਂ। ਦਾਸ ਸ਼ਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੋਤ ਚੈਨਲ ਨੂੰ ਸਬਸਕ੍ਰਾਈਬ ਕਰੋ, ਸੈਂਡ ਕਰੋ, ਲਾਈਕ ਕਰੋ।